ਇਤਿਹਾਸ ਗਵਾਹ ਸਾਡਾ ਮਨ ਘੜਤ ਕਹਾਣੀ ਨਹੀਂ, ਸਭ ਚੇਤਾ ਦੁਨੀਆ ਨੂੰ, ਪਰ ਗੱਲ ਪੁਰਾਣੀ ਨਹੀਂ। ਇਹ ਗੱਲ ਤਾਂ ਅਸੀਂ ਜਾਣਦੇ ਹਾਂ, ਪਰ ਦੂਜੀ ਗੱਲ ਵੀ ਹੈ ਕਿ ਦੁਨੀਆ ਨੂੰ ਬੇਸ਼ੱਕ ਚੇਤਾ ਹੋਵੇ ਤੇ ਬੇਸ਼ੱਕ ਹੋਵੇ ਨਾ, ਅਸੀਂ ਪੰਜਾਬੀਆਂ ਨੇ ਆਪ ਦਾ ਚਿੱਤ ਚੇਤਾ ਭੁਲਾ ਦਿੱਤਾ, ਵਸਾਰ ਦਿੱਤਾ। ਅਸੀਂ ਆਪ ਦੀਆਂ ਵਿਰਾਸਤਾਂ ਨੂੰ ਭੁੱਲ ਗਏ ਹਾਂ, ਅਸੀਂ ਆਪਦੇ ਵਿਰਸੇ ਨੂੰ ਚੇਤੇ ਨਹੀਂ ਰੱਖਦੇ। ਗੱਲਾਂ 'ਚ ਬੜਾ ਕੁਝ ਕਰਦੇ ਹਾਂ, ਅਮਲੀ ਰੂਪ ਦੇ ਵਿੱਚ ਕੁਝ ਨਹੀਂ ਕਰਦੇ। ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ੀਨਾ ਕਰਮ ਸਿੰਘ ਦੇ ਵਿੱਚ ਖੜ੍ਹੇ ਹਾਂ ਔਰ ਮਿਸਲ ਭੰਗੀਆਂ ਦੇ ਨਾਲ ਸੰਬੰਧਿਤ ਇਹ ਵਾਰਾਂਦਰੀ ਹੈ। ਐਡੀ ਕਮਾਲ ਦੀ ਲੋਕੇਸ਼ਨ ਹੈ, ਐਸੀ ਮੀਨਾਕਾਰੀ ਹੈ, ਆਰਕੀਟੈਕਟ ਤੁਸੀਂ ਖੁਦ ਦੇਖੋਗੇ, ਪਰ ਅਸੀਂ ਭੁੱਲ ਗਏ, ਅਸੀਂ ਸੰਭਾਲਿਆ ਨਹੀਂ। ਅਸੀਂ ਰੌਲਾ ਪਾ ਲੈਂਦੇ ਹਾਂ ਕਿ ਸਾਡਾ ਬੜਾ ਕੁਛ ਹੈ ਜਿਹੜਾ ਇੰਗਲੈਂਡ ਦੇ ਵਿੱਚ ਪਿਆ, ਕੋਹਿਨੂਰ ਹੀਰਾ ਜਾਂ ਕੁਛ ਹੋਰ, ਪਰ ਜਿਹੜਾ ਸਾਡੇ ਕੋਲ ਹੈ ਉਹਨੂੰ ਅਸੀਂ ਕਿੱਥੇ ਸੰਭਾਲਿਆ, ਕਿੱਥੇ ਚੇਤੇ ਰੱਖਿਆ। ਤੇ ਇਹ ਗੱਲ ਘੁੰਮਦੀ ਘੁਮਾਉਂਦੀ ਸਾਡੇ ਤੱਕ ਪਹੁੰਚੀ ਤੇ ਅਸੀਂ ਇਸ ਪਿੰਡ 'ਚ ਪਹੁੰਚੇ। ਕਾਰਨ ਕੀ ਸੀ ਕਿ ਕੁਝ ਦਿਨ ਪਹਿਲਾਂ ਇੱਕ ਪੋਸਟ ਘੁੰਮਦੀ ਹੈ, ਮਾਈਕਲ ਰੌਲਾਂ ਦਾ ਇੱਕ ਗੱਭਰੂ ਹੈ, ਇਹ ਪੋਸਟ ਨੂੰ ਸ਼ੇਅਰ ਕਰਦਾ ਹੈ ਕਿ ਮਿਸਲ ਭੰਗੀਆਂ ਦੇ ਨਾਲ ਸੰਬੰਧਿਤ ਇੱਕ ਬਹੁਤ ਵੱਡੀ ਜਿਹੜੀ ਇਹ ਵਾਰਾਂਦਰੀ ਇੱਕ ਇਤਿਹਾਸਕ ਇਮਾਰਤ ਹੈ, ਉਹ ਰੁਲ ਰਹੀ ਹੈ, ਉਹ ਡਿੱਗ ਰਹੀ ਹੈ, ਉਹ ਵੀਰਾਨ ਹੋ ਰਹੀ ਹੈ, ਸੰਭਾਲਣ ਦਾ ਯਤਨ ਨਹੀਂ ਹੋਇਆ। ਤੇ ਫਿਰ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਇੱਥੇ ਪਹੁੰਚੇ ਹਾਂ। ਆਓ ਉਸ ਗੱਭਰੂ ਦੇ ਨਾਲ ਗੱਲਬਾਤ ਕਰਾਉਣੇ ਆ। ਨਾਲ ਇਸ ਪਿੰਡ ਦੇ ਮਾਸਟਰ ਜੁਗਰਾਜ ਸਿੰਘ ਜੀ ਹੈ, ਜਿਨ੍ਹਾਂ ਨੂੰ ਇਤਿਹਾਸ ਦੇ ਬਾਰੇ ਕੁਝ ਪਤਾ ਹੈ ਔਰ ਕੁਝ ਕੁ ਗੱਲਾਂ ਹੋਰ ਵੀ ਹੈ ਜਿਹੜੀਆਂ ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਣ, ਅਸੀਂ ਉਹ ਸਾਂਝੀਆਂ ਕਰਨ ਦਾ ਯਤਨ ਕਰਦੇ ਹਾਂ। ਮਾਈਕਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਖਾਂ ਖੋਲ੍ਹਣ ਦੇ ਵਾਸਤੇ ਇੱਕ ਯਤਨ ਕੀਤਾ। ਜੀ, ਕੋਸ਼ਿਸ਼ ਰਹਿੰਦੀ ਕਿ ਜਿਹੜੀ ਆਪਣੀ ਵਿਰਾਸਤ ਹੈ ਇਹਨੂੰ ਬਚਾਇਆ ਜਾਵੇ, ਜਿਹੜੀ ਖਤਮ ਹੋ ਰਹੀ ਹੈ, ਕਿਉਂਕਿ ਵਿਰਾਸਤ ਆਪਣੀ ਪੰਜਾਬ 'ਚ ਬਹੁਤ ਥਾਵਾਂ ਤੇ ਰੁਲਦੀ ਫਿਰਦੀ ਹੈ ਇਸ ਵੇਲੇ। ਮਿਸਲ ਭੰਗੀਆਂ ਦਾ ਬਹੁਤ ਵੱਡਾ ਇਤਿਹਾਸ ਪਿੰਡ ਪੰਜਵੜ ਅੰਮ੍ਰਿਤਸਰ ਦਾ ਹੀ ਹੈ। ਉੱਥੋਂ ਸ਼ੁਰੂ ਹੋਇਆ ਕੰਮ, ਬਾਬਾ ਛੱਜਾ ਸਿੰਘ ਜਿਹੜੇ ਇਹਨਾਂ ਦੇ ਮੁਖੀ ਸੀ, ਤੇ ਉਸ ਤੋਂ ਬਾਅਦ ਘੁੰਮਦੀ ਘੁਮਾਉਂਦੀ ਗੱਲ ਇੱਥੋਂ ਤੱਕ ਪਹੁੰਚ ਗਈ ਔਰ ਦੁਨੀਆ ਤੱਕ ਵੀ ਪਹੁੰਚੀ, ਕਿਉਂਕਿ ਭੰਗੀਆਂ ਦੀ ਤੋਪ ਜਮਜਮਾ ਜਿਹੜੀ ਹੁੰਦੀ ਸੀ, ਉਹ ਕਹਿੰਦੇ ਹੁੰਦੇ ਸੀ ਨਾ ਕਿ ਸਾਨੂੰ ਤਾਂ ਭੰਗੀਆਂ ਦੀ ਤੋਪ ਜਿੰਨਾ ਆਸਰਾ ਹੈ। ਉਹ ਸਾਰੀਆਂ ਚੀਜ਼ਾਂ ਵੱਡੀ ਮਿਸਲ ਦੀ ਹਿਸਟਰੀ ਸੀ, ਇਹਦਾ ਹਿੱਸਾ ਸੀ। ਤੇ ਅੱਜ ਜਿੱਥੇ ਅਸੀਂ ਬਾਰਾਂਦਰੀ 'ਚ ਖੜ੍ਹੇ ਹਾਂ, ਇਹ ਤਾਂ ਚੇਤੇ ਨਹੀਂ ਰਹੀ। ਤੁਸੀਂ ਇਹ ਲੱਭਣ ਦਾ ਯਤਨ ਕੀਤਾ ਤਾਂ ਕਿਵੇਂ ਕੀਤਾ? ਜੀ, ਸਭ ਤੋਂ ਪਹਿਲਾਂ ਆਪਣੇ ਵੀਰ ਨੇ ਇੱਕ ਵਿਪੀ ਰੰਧਾਵਾ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੇ ਮਾਮਾ ਜੀ ਉੱਥੇ ਇੱਕ ਬਾਰਾਂਦਰੀ ਆ ਬੜੀ ਪੁਰਾਣੀ, ਤੇ ਉੱਥੇ ਇੱਕ ਆਪਾਂ ਹੋ ਕੇ ਆਈਏ। ਤੇ ਫਿਰ ਮੈਂ ਉਹਨਾਂ ਨਾਲ ਪਲਾਨ ਕੀਤਾ ਕਿ ਚਲੋ ਆਪਾਂ ਹੋ ਕੇ ਆਉਣੇ। ਜਦੋਂ ਮੈਂ ਇੱਥੇ ਆਇਆ ਤੇ ਬਾਰਾਂਦਰੀ ਦੀ ਖੂਬਸੂਰਤੀ ਵੇਖ ਕੇ ਬੜਾ ਹੈਰਾਨ ਹੋਇਆ ਤੇ ਸੋਚਿਆ ਕਿ ਇਹ ਵਿਰਾਸਤ ਕਿਸੇ ਨਾ ਕਿਸੇ ਜ਼ਰੂਰ ਤਾਲੁਕਾਤ ਹੋਏਗੀ। ਤੇ ਉਹ ਫਿਰ ਕਾਫੀ ਦਿਨਾਂ ਤੱਕ ਮੈਂ ਸਰਚ ਕਰਦਾ ਰਿਹਾ ਤੇ ਫਿਰ ਇੱਥੇ ਸੁਰਿੰਦਰ ਕੋਛੜ ਜੀ ਆ, ਉਹਨਾਂ ਨੇ ਫਿਰ ਇਹਦੇ ਬਾਰੇ ਦੱਸਿਆ ਕਿ ਇਹ ਕਰਮ ਸਿੰਘ ਛੀਨੀ ਦਾ ਪਿੰਡ ਸੀ, ਜੋ ਕਿ ਇੱਕ ਭੰਗੀ ਮਿਸਲ ਦਾ ਯੋਧਾ ਸੀਗਾ। ਤੇ ਫਿਰ ਜਦੋਂ ਮੈਂ ਡੂੰਘਿਆਂ ਸਰਚ ਕੀਤਾ ਤੇ ਪਤਾ ਲੱਗਾ ਕਿ ਇਹ ਬਾਰਾਂਦਰੀ ਵੀ ਉਹਨਾਂ ਦੀ ਭੰਗੀ ਮਿਸਲ ਨਾਲ ਹੀ ਸੰਬੰਧਿਤ ਹੈਗੀ ਹੈ, ਤੇ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਵੀ ਕਿਤੇ ਪੁਰਾਣੀ ਹੈ। ਔਰ ਕੀ ਕੁਝ ਇਹਦੇ ਨਾਲ ਜੁੜਦਾ ਜਿਹੜਾ ਤੁਸੀਂ ਇਤਿਹਾਸਿਕ ਤੱਥਾਂ ਦੇ ਹਵਾਲਿਆਂ ਦੇ ਨਾਲ ਸਾਂਝਾ ਕਰ ਸਕਦੇ ਹੋ? ਜੀ, ਸਭ ਤੋਂ ਵੱਡੀ ਗੱਲ ਤੇ ਹੈ ਕਿ ਭੰਗੀ ਮਿਸਲ ਦਾ ਦਾਇਰਾ ਬਹੁਤ ਵੱਡਾ ਸੀ। ਇਹਦੇ ਵਿੱਚ ਅੰਮ੍ਰਿਤਸਰ, ਲਾਹੌਰ, ਸਿਆਲਕੋਟ ਤੇ ਝੰਗ, ਮੁਲਤਾਨ ਤੱਕ ਦਾ ਇਲਾਕਾ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਸੀ। ਔਰ ਭੰਗੀ ਮਿਸਲ ਦਾ ਬਾਰੇ ਕਿਹਾ ਜਾਂਦਾ ਕਿ ਉਹਦੇ ਸਰਦਾਰਾਂ ਨੇ ਅਬਦਾਲੀ ਦੇ ਅੱਗੇ ਵੀ ਨਹੀਂ ਝੁਕੇ ਸੀ। ਜਦੋਂ ਅਬਦਾਲੀ ਨੇ ਉਹਨਾਂ ਦੇ ਅੱਗੇ ਇੱਕ ਦੋਸਤੀ ਦਾ ਫਰਮਾਨ ਭੇਜਿਆ, ਆਪਣਾ ਸੰਦੇਸ਼ ਭੇਜਿਆ, ਉਹ ਨਹੀਂ ਝੁਕੇ ਸੀ। ਤੇ ਉਹ ਮਹਾਨ ਸਰਦਾਰਾਂ ਦੀ ਵਿਰਾਸਤ ਹੈ ਜਿਹੜੀ, ਤੇ ਉਹ ਅੱਜ ਰੁਲਦੀ ਪਈ ਹੈ ਤੇ ਆਪਾਂ ਇਹਨੂੰ ਬਚਾ ਵੀ ਨਹੀਂ ਪਾ ਰਹੇ। ਤੇ ਇੱਕ ਬੜੀ ਸਾਡੇ ਲਈ ਇੱਕ ਸ਼ਰਮ ਦੀ ਗੱਲ ਹੈ ਕਿ ਆਪਾਂ ਗੱਲਾਂ ਤੇ ਕਰਦੇ ਹਾਂ ਵਿਰਾਸਤ ਦੀ, ਪਰ ਆਹ ਵਿਰਾਸਤ ਜਿਹੜੀ ਰੁਲਣ ਦੀ ਇਹਨੂੰ ਸਾਂਭ ਨਹੀਂ ਪਾ ਰਹੇ। ਬਿਲਕੁਲ, ਸਮੱਸਿਆ ਤਾਂ ਇਹੀ ਆ। ਔਰ ਜਿੱਥੋਂ ਤੁਸੀਂ ਵੱਡੀ ਮਿਸਲ ਦੀ ਗੱਲ ਕੀਤੀ ਹੈ, ਜਿਹਦੇ ਕੋਲੇ 12,000 ਤੋਂ ਵੱਧ ਸੈਨਿਕ ਹੋਣ, ਉਹ ਕਿੱਡੀ ਵੱਡੀ ਮਿਸਲ ਹੋਊ ਉਹਨਾਂ ਵੇਲਿਆਂ ਦੇ ਵਿੱਚ। ਇਸ ਗੱਲ ਦੇ ਵਾਸਤੇ ਮੈਨੂੰ ਲੱਗਦਾ ਹੋਰ ਗੱਲਾਂ ਦਾ ਕੋਈ ਸਬੂਤ ਲੈਣ ਦੀ ਲੋੜ ਨਹੀਂ। ਉਹ ਵੱਖਰੀ ਗੱਲ ਹੈ ਕਿ ਭੰਗੀ ਸ਼ਬਦ ਉਹਨਾਂ ਦੇ ਨਾਂ ਨਾਲ ਜੁੜਿਆ ਸੀ, ਕਿਉਂਕਿ ਵੱਡੇ ਵਡੇਰੇ ਭੰਗ ਖਾਂਦੇ ਸੀ ਤੇ ਉਸ ਤੋਂ ਬਾਅਦ ਉਹਨੂੰ ਅਸੀਂ ਸੁਧਰਿਆ ਰੂਪ ਸੁੱਖ ਨਿਧਾਨ ਕਹਿਤਾ। ਬਹੁਤ ਸਾਰੇ ਖਾਂਦੇ ਆ, ਪਰ ਗੱਲ ਇਹ ਹੈ ਕਿ ਕੌਮ ਦੇ ਨਾਲ, ਪੰਜਾਬ ਦੇ ਵਿਰਸੇ ਦੇ ਨਾਲ ਇਹ ਮਿਸਲ ਦਾ ਇਤਿਹਾਸ ਜੁੜਦਾ ਹੈ ਔਰ ਇਸ ਪਿੰਡ ਦਾ, ਇਸ ਥਾਂ ਦਾ ਜਿੱਥੇ ਅਸੀਂ ਖੜ੍ਹੇ ਹਾਂ, ਇਹਦਾ ਜ਼ਿਕਰ ਜੁੜਦਾ ਹੈ ਔਰ ਇਸ ਜ਼ਿਕਰ ਨੂੰ ਅਸੀਂ ਅੱਗੇ ਤੋਰਿਆ। ਸਰ, ਸਭ ਤੋਂ ਪਹਿਲੇ ਤਾਂ ਭੰਗੀ ਮਿਸਲ ਦਾ ਬਾਰੇ ਜੇ ਵੇਖਿਆ ਜਾਵੇ ਇਤਿਹਾਸ, ਤੇ ਇਹਨਾਂ ਨੇ ਅੰਮ੍ਰਿਤਸਰ ਵਿੱਚ ਕਿਲ੍ਹਾ ਗੋਬਿੰਦਗੜ੍ਹ ਵੀ ਇਹਨਾਂ ਨੇ ਹੀ ਬਣਵਾਇਆ ਸੀ, ਤੇ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ 'ਚੋਂ ਦੁਬਾਰਾ ਉਹਦਾ ਮੁੜ ਉਸਾਰੀ ਕਰਵਾਈ। ਤੇ ਇਸੇ ਤਰ੍ਹਾਂ ਹੀ ਭੰਗੀ ਮਿਸਲ ਦੇ ਹੀ ਅੰਮ੍ਰਿਤਸਰ ਵਿੱਚ ਇੱਕ ਪਿੰਡ, ਇੱਕ ਕਟੜਾ ਵੀ ਉਹਨਾਂ ਨੇ ਵਸਾਇਆ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ। ਅੱਛਾ, ਅਸੀਂ ਕਟੜੇ ਦੀ ਗੱਲ ਕਰਦੇ ਸੀ, ਥੋੜ੍ਹਾ ਜਿਹਾ ਤੁਹਾਡੇ ਕੋਲ ਡਿਟੇਲ ਹੋਵੇ ਕਿ ਕਟੜਾ ਕਲੋਨੀ ਦੇ ਨਾਲੋਂ ਕਿਵੇਂ ਵੱਖਰਾ ਹੁੰਦਾ, ਜਾਂ ਕਟੜੇ ਦੀ ਡੈਫੀਨੇਸ਼ਨ ਕੀ ਆ? ਜੀ, ਕਟੜੇ ਦੀ ਡੈਫੀਨੇਸ਼ਨ ਇਹ ਹੈਗੀ ਕਿ ਪੁਰਾਣੇ ਦੌਰ ਵਿੱਚ ਜਦੋਂ ਆਪਣਾ ਗੁਰੂ ਸਾਹਿਬ ਦਾ ਦੌਰ, ਉਸ ਤੋਂ ਬਾਅਦ ਜਿਹੜੀ ਸਿੱਖ ਮਿਸਲਾਂ ਦਾ ਦੌਰ ਆਇਆ, ਤੇ ਸਿੱਖ ਮਿਸਲਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਸਾਰਿਆਂ ਦਾ ਕੇਂਦਰ ਹੁੰਦਾ ਸੀ, ਕਿਉਂਕਿ ਮੁੜ ਤੋਂ ਹੀ ਇਹ ਕੇਂਦਰ ਰਿਹਾ, ਸਿੱਖੀ ਦਾ ਕੇਂਦਰ ਰਿਹਾ। ਤੇ ਉਹਨਾਂ ਨੇ ਇਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਟੜੇ ਵਸਾਏ। ਕਟੜੇ ਦਾ ਮਤਲਬ ਹੁੰਦਾ ਇੱਕ ਰੈਜ਼ੀਡੈਂਸ਼ੀਅਲ ਕੰਪਲੈਕਸ, ਜਿਹਦੇ ਵਿੱਚ ਉਹ ਉੱਥੇ ਦੇ ਲੋਕ ਰਹਿੰਦੇ ਨੇ ਜਾਂ ਇੱਕ ਵਸੋਂ ਹੁੰਦੀ ਹੈ ਉਹਨਾਂ ਦੀ ਪ੍ਰੋਪਰ, ਉਹਨਾਂ ਦਾ ਇੱਕ ਦਾਇਰਾ ਹੁੰਦਾ। ਕਟੜੇ ਉਹਨੂੰ ਕਹਿੰਦੇ ਕਿ ਰੈਜ਼ੀਡੈਂਸ਼ੀਅਲ ਕੰਪਲੈਕਸ ਕਿਹਾ ਜਾ ਸਕਦਾ ਇਹਨੂੰ ਤੁਸੀਂ।
ਇਤਿਹਾਸ ਦੀ ਜੇ ਗੱਲ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਮਿਸਲ ਭੰਗੀਆਂ ਦਾ ਵੱਡਾ ਜ਼ਿਕਰ ਆਉਂਦਾ ਹੈ। ਬਾਅਦ ਦੇ ਵਿੱਚ ਚਲੋ ਅੰਗਰੇਜ਼ ਕਾਬਜ਼ ਹੋ ਗਏ ਪੰਜਾਬ ਤੇ ਸਾਡਾ ਜਿਹੜਾ ਸੱਭਿਆਚਾਰ ਸੀ ਸਾਰਾ ਕੁਝ ਤਹਿਸ ਨਹਿਸ ਕਰਨ ਦੀਆਂ ਕੋਸ਼ਿਸ਼ਾਂ ਉਹਨਾਂ ਨੇ ਵੀ ਕੀਤੀਆਂ। ਬਾਅਦ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ। ਤੁਹਾਡੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿ ਇਸ ਚੀਜ਼ ਨੂੰ ਸੰਭਾਲ ਲੈਣਾ ਚਾਹੀਦਾ, ਕਿੱਥੋਂ ਤੱਕ ਕੋਸ਼ਿਸ਼ਾਂ ਕੀਤੀਆਂ? ਸਰ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਭੰਗੀ ਮਿਸਲ ਨਾਲ ਸੰਬੰਧਿਤ ਜੇ ਯਾਦਗਾਰਾਂ ਦੀ ਗੱਲ ਕਰਾਂ ਤੇ ਉਹ ਬਹੁਤੀਆਂ ਲੱਭਦੀਆਂ ਨਹੀਂ ਆ, ਸ਼ਾਇਦ ਲਾਹੌਰ ਦੇ ਲਾਗੇ ਚਾਗੇ ਵੀ ਨਹੀਂ ਲੱਭਣਗੀਆਂ। ਤੇ ਅੰਮ੍ਰਿਤਸਰ ਦੇ ਵਿੱਚ ਆਹ ਬਾਰਾਦਰੀ ਜਿਹੜੀ ਲੱਭੀ ਆ ਤੇ ਇਹ ਮੇਰੇ ਖਿਆਲ ਨਾਲ ਇੱਕ ਨਾਯਾਬ ਮਿਸਾਲ ਹੋ ਸਕਦੀ ਉਸ ਮਿਸਲ ਨਾਲ ਤਾਲੁਕਾਤ ਰੱਖਦੀ ਜਿਹੜੀ। ਤੇ ਆਪਾਂ ਨੂੰ ਇਸੇ ਬਾਰੇ ਯਤਨ ਕਰਨੇ ਚਾਹੀਦੇ। ਤੇ ਮੈਂ ਜਦੋਂ ਇਸ ਬਾਰੇ ਸਰਚ ਕੀਤਾ, ਹਾਈਲਾਈਟ ਕੀਤਾ ਤੇ ਮੈਂ ਉਸੇ ਦਿਨ ਤੋਂ ਕਾਰਵਾਈ ਇੱਕ ਚਾਲੂ ਕੀਤੀ। ਮੈਂ ਸੀਐਮ ਆਫਿਸ 'ਚ ਵੀ ਲਿਖਿਆ ਇਹਦੇ ਬਾਬਤ ਦੀ ਕੁਝ ਕਾਰਵਾਈ। ਅਗਲੇ ਦਿਨ ਉਹਨਾਂ ਨੇ ਮੈਨੂੰ ਆਨਲਾਈਨ ਮੈਸੇਜ ਆਇਆ ਕਿ ਉਹ ਕਾਰਵਾਈ ਹੋ ਗਈ ਹੈ ਤੇ ਉਹਨਾਂ ਨੇ ਅੱਗੇ ਟੂਰਿਜ਼ਮ ਡਿਪਾਰਟਮੈਂਟ ਨੂੰ ਭੇਜਤਾ, ਪਰ ਕਾਫੀ ਹੱਦ ਤੱਕ ਕੋਈ ਰਿਪਲਾਈ ਨਹੀਂ ਆਇਆ। ਮੈਨੂੰ ਤਕਰੀਬਨ 1.5-2 ਮਹੀਨਾ ਹੋ ਗਿਆ ਇਹਦੇ ਲਈ ਫਾਈਟ ਕਰਦੇ। ਤੇ ਉਸ ਵੇਲੇ ਫਿਰ ਮੈਂ ਪਰਸੋਂ ਹੀ ਅੰਮ੍ਰਿਤਸਰ ਦੇ ਜ਼ਿਲ੍ਹਾ ਟੂਰਿਜ਼ਮ ਅਫਸਰ ਹੈ ਉਹਨਾਂ ਨੂੰ ਮੈਂ ਇਹਦੇ ਬਾਬਤ ਇੱਕ ਪਰਸਨਲੀ ਲੈਟਰ ਦਿੱਤੀ ਹੈ ਕਿ ਇਹਦੇ ਬਾਬਤ ਕਾਰਵਾਈ ਕਰੋ ਤੇ ਇਹਨੂੰ ਬਚਾਉਣ ਦੇ ਯਤਨ ਕਰੋ। ਤੇ ਉਹਨਾਂ ਨੇ ਵੀ ਅੱਗੇ ਐਕਸ਼ਨ ਲਿਆ। ਉਹ ਕਹਿੰਦੇ ਕਿ ਅਸੀਂ ਇਹਨੂੰ ਭੇਜ ਦਿੰਦੇ ਹਾਂ ਕੇਸ ਬਣਾ ਕੇ ਇਹਦੇ ਬਾਰੇ। ਹਾਲਾਂਕਿ ਉਹਨਾਂ ਨੇ ਵਿਜ਼ਿਟ ਨਹੀਂ ਕੀਤਾ, ਪਰ ਮੈਂ ਤਸਵੀਰਾਂ ਦਿਖਾਈਆਂ ਤੇ ਉਹਨਾਂ ਨੂੰ ਕਾਫੀ ਲੱਗਾ, ਕਿਉਂਕਿ ਸਿੱਖ ਆਰਕੀਟੈਕਚਰ ਦੀ ਇੱਕ ਬੇਜੋੜ ਮਿਸਾਲ ਹੈ ਇਹ ਬਾਰਾਦਰੀ। ਇਹਦੇ ਵਿੱਚ ਕਾਫੀ ਕੁਝ ਤੁਹਾਨੂੰ ਦਿਖੇਗਾ ਜਿਹੜੀਆਂ ਉਸ ਵੇਲੇ ਸਿੱਖ ਮਿਸਲਾਂ ਦਾ ਸੰਘਰਸ਼ ਵੀ ਇਸ ਬਾਰਾਦਰੀ ਦੇ ਤੁਹਾਨੂੰ ਦੇਖਦੇ ਜਾਏਗਾ। ਇਹਦੀ ਬਣਤਰ ਵੇਖ ਕੇ ਤੁਹਾਨੂੰ ਲੱਗ ਜਾਏਗਾ ਕਿ ਕਿਸ ਤਰ੍ਹਾਂ ਉਹ ਦੌਰ ਹੋਵੇਗਾ ਉਸ ਤਰੀਕੇ ਦਾ। ਇੱਕ ਤਾਂ ਉਹ ਯਤਨ ਹੋਏ, ਇੱਕ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ, ਮੈਨੂੰ ਵੀ ਕੱਲ ਲੱਭਣ 'ਚ 2 ਘੰਟੇ ਲੱਗੇ। ਤੁਹਾਡਾ ਨਾਮ ਕੁਦਰਤੀ ਮਿਸ ਹੋ ਗਿਆ ਸੀ, ਨਹੀਂ ਤਾਂ ਨਾਮ ਤੋਂ ਲੱਭ ਜਾਂਦੀ ਹੈ। ਸੋਸ਼ਲ ਮੀਡੀਆ ਤੋਂ ਦੇਖ ਕੇ ਕਿਸੇ ਨੇ ਅਪਰੋਚ ਕੀਤਾ ਜਾਂ ਇਸ ਤਰ੍ਹਾਂ ਯਤਨ ਕੀਤੇ ਕਿ ਜੀ ਇਸ ਗੱਲ ਨੂੰ ਆਪਾਂ ਬਚਾਉਣ ਦੇ ਵਾਸਤੇ ਰਲ ਕੇ ਕੁਝ ਕਰੀਏ? ਸਰ ਇਸ ਤਰ੍ਹਾਂ ਦਾ ਵੈਸੇ ਯਤਨ ਜਿਹੜਾ ਹੋਣਾ ਚਾਹੀਦਾ ਉਸ ਤਰ੍ਹਾਂ ਹੋਇਆ ਨਹੀਂ, ਲੇਕਿਨ ਮੈਨੂੰ ਕੈਨੇਡਾ ਤੋਂ ਤੇ ਅਮਰੀਕਾ ਤੋਂ ਕਾਫੀ ਲੋਕਾਂ ਦੀ ਮੈਸੇਜ ਆਏ ਹੈ ਕਿ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ, ਆਹ ਕਰ ਸਕਦੇ। ਬਟ ਹਾਲੇ ਤੱਕ ਇਸ ਤਰ੍ਹਾਂ ਦਾ ਕਿਸੇ ਨੇ ਅਪਰੋਚ ਨਹੀਂ ਕੀਤਾ। ਹਾਲਾਂਕਿ ਜਿਹੜੀਆਂ ਸਾਡੀਆਂ ਸਟੇਟ ਦੀਆਂ ਕੋਈ ਅਥਾਰਟੀਜ਼ ਨੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਅਪਰੋਚ ਕਰਨ, ਪਰ ਕਿਸੇ ਨੇ ਇੱਥੇ ਅਪਰੋਚ ਨਹੀਂ ਕੀਤਾ। ਹਾਲਾਂਕਿ ਅਪਰੋਚ ਕਰਨਾ ਬਣਦਾ ਕਿਉਂਕਿ ਵਿਰਾਸਤ ਸਾਡੇ ਸ਼ਹਿਰ 'ਚ ਰੁਲਦੀ ਫਿਰਦੀ ਹੈ। ਔਰ ਤੇ ਮਤਲਬ ਕਿਸੇ ਨੇ ਹਾਲੇ ਤੱਕ ਅਪਰੋਚ ਨਹੀਂ ਕੀਤਾ। ਕੋਸ਼ਿਸ਼ ਮੇਰੀ ਇਹੀ ਰਹੀ ਹੈ ਕਿ ਇਹਨੂੰ ਬਚਾਇਆ ਜਾਵੇ, ਕਿਉਂਕਿ ਸਾਡੇ ਰਹਿ ਇਤਿਹਾਸ ਕੁਛ ਨਹੀਂ ਕਿ ਆਪਣੇ ਹੱਥੀਂ ਖਤਮ ਕਰ ਚੁੱਕੇ ਹਾਂ ਬੜਾ ਕੁਛ, ਤੇ ਹੁਣ ਜਿਹੜਾ ਰਹਿੰਦਾ ਉਹਨੂੰ ਬਚਾ ਲਈਏ। ਜੇ ਇਹ ਬਚਾਇਆ ਜਾਂਦਾ, ਇਹਨੂੰ ਪ੍ਰੀਜ਼ਰਵ ਕੀਤਾ ਜਾਂਦਾ, ਟੂਰਿਜ਼ਮ ਡਿਵੈਲਪ ਹੋ ਸਕਦਾ ਇਸ ਇਲਾਕੇ 'ਚ, ਕਿਵੇਂ ਸੋਚਦੇ ਹੋ ਉਸ ਚੀਜ਼ ਨੂੰ? ਸਰ ਸਭ ਤੋਂ ਵੱਡੀ ਗੱਲ ਹੈ ਇਹਦੀ ਪਿੰਡ ਕਰਮ ਸਿੰਘ ਛੀਨਾ ਜਿਹੜਾ ਇਹ ਬਾਰਾਦਰੀ ਹੈ, ਇਹਦੀ ਲੋਕੇਸ਼ਨ ਦੇ ਆਲੇ ਦੁਆਲੇ ਤੁਸੀਂ ਦੇਖੋ ਤੇ ਅੱਗੇ ਮੇਨ ਰੋਡ ਅਜਨਾਲਾ ਰੋਡ ਆਉਂਦੀ ਤੇ ਉੱਥੋਂ ਸਿੱਧਾ ਅੱਗੇ ਕਰਤਾਰਪੁਰ ਕੋਰੀਡੋਰ ਨੂੰ ਰਸਤਾ ਜਾਂਦਾ ਹੈ। ਰਸਤੇ ਵਿੱਚ ਰਮਦਾਸ ਬਾਬਾ ਬੁੱਢਾ ਸਾਹਿਬ ਹੈ ਤੇ ਇੱਥੇ ਹੀ ਗੁਰੂ ਕਾ ਬਾਗ ਵੀ ਹੈ ਜਿਹੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਹਰਸ਼ਾ ਛੀਨਾ ਹੈ ਜਿੱਥੇ ਪੁਰਾਣੀਆਂ ਥੀਹਾਂ ਹੈਗੀਆਂ, ਤੇ ਇਹਦੇ ਪਰੇ ਹੀ ਤੇ ਤੁਸੀਂ ਚਲੇ ਜਾਓ ਤੇ ਆਪਣਾ ਅਟਾਰੀ ਆਉਂਦਾ ਹੈ ਜਿੱਥੇ ਆਪਣਾ ਉਹ ਹੈਗੀ ਹੈ, ਕਾਫੀ ਕੁਛ ਹੈਗਾ ਅਟਾਰੀ ਦੇ ਵਿੱਚ। ਅਟਾਰੀ ਦੇ ਨਾਲ ਪੁਲ ਕੰਜਰੀ ਆ ਗਿਆ, ਜਿਹੜਾ ਹੋਰ ਕਈ ਚੀਜ਼ਾਂ ਆ ਗਈਆਂ, ਕਿਉਂਕਿ ਸਾਡਾ ਜਿਹੜਾ ਸਾਂਝੀ ਵਿਰਾਸਤ ਸੀ ਉਹ ਕਿਤੇ ਨਾ ਕਿਤੇ ਉਹਦੇ 'ਚ ਲਕੀਰ ਖਿੱਚੀ ਗਈ। ਬਿਲਕੁਲ ਸਰ, ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੀ ਲੋਕੇਸ਼ਨ ਹੈਗੀ ਇਹਦੀ ਪਰਫੈਕਟ ਹੈਗੀ ਹੈ। ਦੂਜੀ ਗੱਲ, ਜੇ ਤੁਸੀਂ ਜਾਓ ਤੇ ਰਾਵੀ ਦਰਿਆ ਵੀ ਨਜ਼ਦੀਕ ਹੈ, ਕੁਝ ਨਹਿਰਾਂ ਵੀ ਨਜ਼ਦੀਕ ਹੈ। ਤੇ ਜੇ ਤੁਸੀਂ ਇਸ ਨੂੰ ਆਪਣਾ ਸੋਚਿਓ ਤੇ ਤੁਸੀਂ ਆਪਾਂ ਇਹਨੂੰ ਰੂਰਲ ਟੂਰਿਜ਼ਮ ਜਾਂ ਇਹਨੂੰ ਕੋਈ ਪੇਂਡੂ ਸੈਰ ਸਪਾਟਾ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਇੱਕ ਸ਼ੂਟਿੰਗ ਸਪੌਟ ਵੀ ਵਧੀਆ ਬਣ ਸਕਦੀ ਹੈ, ਜਿੱਦਾਂ ਸਾਡੇ ਪੰਜਾਬੀ ਫਿਲਮ ਇੰਡਸਟਰੀ ਹੈ, ਇਹਦੇ ਲਈ ਇਹ ਚੀਜ਼ ਨਾਯਾਬ ਮਿਸਾਲ ਹੋ ਸਕਦੀ ਹੈ। ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਸਾਊਥ ਇੰਡੀਅਨ ਇਹੋ ਜਿਹੀ ਥਾਵਾਂ ਲੱਭਦੇ ਨੇ, ਸਾਡੇ ਕੋਲ ਇਹੋ ਜਿਹੀ ਥਾਵਾਂ ਹੈਗੀਆਂ ਨੇ ਤੇ ਉਹਦੀ ਕਦਰ ਕੋਈ ਨਹੀਂ ਹੈ। ਤੇ ਮੇਰੇ ਖਿਆਲ ਨਾਲ ਜੇਕਰ ਇਹਨੂੰ ਸੰਭਾਲ ਲੇ ਸਰਕਾਰ, ਇਹਨੂੰ ਇੱਕ ਪਿੰਡੂ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਦਾ ਯਤਨ ਕਰੇ ਤੇ ਬਹੁਤ ਕੁਝ ਹੋ ਸਕਦਾ ਹੈ। ਇੱਕ ਪਿੰਡ ਵਿੱਚ ਵੀ ਤਰੱਕੀ ਦੇ ਨਵੇਂ ਰਾਹ ਖੋਲ੍ਹ ਸਕਦੇ, ਇੱਕ ਪੂਰੇ ਇਲਾਕੇ ਵਿੱਚ ਇੱਕ ਛੋਟੀ ਜਿਹੀ ਚੀਜ਼ ਬਹੁਤ ਵੱਡਾ ਸੋਚ ਪੈਦਾ ਕਰ ਸਕਦੀ ਹੈ ਤਰੱਕੀ ਦੀ। ਦਿਮਾਗ ਖੋਲ੍ਹਣ ਦੀ ਲੋੜ ਆ ਮਾਈਕਲ ਜੀ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਸਰ, ਬਹੁਤ ਕੋਸ਼ਿਸ਼ ਹੈ ਬਸ ਕੀ ਬਚ ਜਾਵੇ। ਬਿਲਕੁਲ ਕੋਸ਼ਿਸ਼ਾਂ ਨੇ ਜੀ, ਔਰ ਕੋਸ਼ਿਸ਼ਾਂ ਮੁਹੱਬਤਾਂ ਪਗਾਉਣ ਜੋਗੇ ਹੋਣਾ। ਜਿਹੜੀ ਗੱਲ ਹੈ ਇਹ ਮੁਹੱਬਤ ਵਤਨ ਦੇ ਨਾਲ ਵੀ ਹੈ, ਵਿਰਾਸਤਾਂ ਦੇ ਨਾਲ ਵੀ ਹੈ। ਔਰ ਅੱਗੇ ਜਿੱਥੇ ਮਾਈਕਲ ਹੋਰਾਂ ਦਾ ਜ਼ਿਕਰ ਹੈ ਇਸ ਸਟੋਰੀ ਦੇ ਵਿੱਚ, ਕਿਉਂਕਿ ਇਹਨਾਂ ਨੇ ਇਹ ਚੀਜ਼ ਨੂੰ ਕੱਢ ਕੇ ਸਾਹਮਣੇ ਲਿਆਂਦਾ, ਅਸੀਂ ਤਾਂ ਸਿਰਫ ਕਵਰ ਕੀਤਾ। ਹੁਣ ਮਾਸਟਰ ਜਗਰਾਜ ਸਿੰਘ ਹੋਰਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਜਿਹੜੇ ਇਸੇ ਪਿੰਡ ਦੇ ਵਸਨੀਕ ਨੇ। ਉਹਨਾਂ ਨੂੰ ਕਾਫੀ ਕੁਝ ਪਤਾ ਹੈ। ਬਾਕੀ ਇਹ ਕਿ ਪਿੰਡ ਦੇ ਨਾਲ ਜਦੋਂ ਯਾਦਾਂ ਜੁੜੀਆਂ ਹੁੰਦੀਆਂ ਤੇ ਪਿੰਡ 'ਚ ਚਰਚਾ ਇਹਨਾਂ ਚੀਜ਼ਾਂ ਦੀ ਕਿਵੇਂ ਚੱਲਦੀ ਰਹਿੰਦੀ ਹੈ। ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ। ਇਸ ਬਾਰਾਦਰੀ ਨੂੰ ਕਦੋਂ ਦੇਖਦੇ ਹੋ ਤੁਸੀਂ? ਮੈਂ ਤੇ ਇਹਨੂੰ ਬਚਪਨ ਤੋਂ ਹੀ ਵੇਖ ਰਿਹਾ ਜੀ, ਜਦੋਂ ਛੋਟਾ ਹੁੰਦਾ ਉਦੋਂ। ਪਤਾ ਸੀ ਕਿ ਜੋ ਛੋਟੇ ਹੁੰਦੇ ਸੀ ਉਦੋਂ ਵੱਡ ਵਡੇਰੇ ਦੱਸਦੇ ਸੀ ਕਿ ਇਹਦਾ ਸੰਬੰਧ ਕਾਹਦੇ ਨਾਲ ਹੈ, ਤੁਹਾਡੇ ਪਿੰਡ ਨਾਲ ਕਿਵੇਂ ਆ? ਇਹ ਜੀ ਕੋਈ ਭੰਗੀ ਮਿਸਲ ਦੱਸਦੇ ਸੀ ਆਪਣਾ, ਤੇ ਉਹ ਜਦੋਂ ਇਹ ਰਸਤੇ ਕੱਚੇ ਹੁੰਦੇ ਸੀ ਉਦੋਂ, ਉਹ ਜਦੋਂ ਆਉਂਦੇ ਸੀ ਇੱਥੇ ਘੋੜੇ ਘਾੜੇ ਬੰਨ੍ਹਦੇ ਹੁੰਦੇ ਸੀ ਤੇ ਉਦੋਂ ਬਣਾਈ, ਉਹਨਾਂ ਸੁਣਿਆ ਵੀ ਉਹਨਾਂ ਬਣਾਈ ਸੀਗੀ ਵੀ, ਜਾਨੀ ਕਿ ਠਰਾ ਕਰਦੇ ਹੁੰਦੇ ਸੀਗੇ ਜਿੱਥੇ ਆਰਾਮ ਰੂਮ ਕਰਨਾ। ਇੱਥੇ ਬਾਰਾਦਰੀ ਬੜੀ ਠੰਡੀ ਹਵਾ ਆਉਂਦੀ ਆ, ਤੁਸੀਂ ਵੇਖ ਲਿਆ ਆਣ ਕੇ ਇੱਥੇ। ਹਾਂਜੀ,
ਤੋਰਾ ਜਿਹੜੇ ਜਿਵੇਂ ਤੁਹਾਡਾ ਪਿੰਡ ਹੈ ਜਿਹਦਾ ਮੁੱਢ ਵੱਜਿਆ ਬਾਬਾ ਕਰਮ ਸਿੰਘ ਦੇ ਨਾਂ ਦੇ ਉੱਤੇ, ਤੇ ਉਹ ਵੀ ਇਸੇ ਭੰਗੀ ਮਿਸਲ ਨਾਲ ਸੁਣਦਾ ਤੁਸੀਂ? ਜੀ ਉਹਨਾਂ ਦੇ ਵਿੱਚੋਂ ਹੀ ਗਾਂ ਦੀ ਗਾਂ ਫਿਰ ਪੀੜ੍ਹੀ ਦਰ ਪੀੜ੍ਹੀ ਕੰਮ ਚੱਲਿਆ ਹੁੰਦਾ ਰਿਹਾ ਆਪਣਾ। ਤੇ ਇਹਦੇ ਨਾਲ ਤੇ ਪੈਲੀ ਵੀ ਹੈਗੀ, ਸ਼ਾਮਲਾਟ ਵੀ ਹੈਗੀ ਆ ਬਰਾਂਦਰੀ ਵੀ ਇੱਥੇ ਘੋੜੇ ਘਾੜੇ ਆਣ ਕੇ ਬੰਨ੍ਹਦੇ ਹੁੰਦੇ ਸੀ। ਕਿੰਨੀ ਕੁ ਪੈਲੀ ਹੈ ਜੀ ਇਹਦੇ? 1.5 ਕਿੱਲਾ ਤੇ ਹੋਊਗੀ ਮੇਰੇ ਹਿਸਾਬ ਨਾਲ। ਮਤਲਬ ਜੇ ਉਸ 1.5 ਕਿੱਲੇ ਨੂੰ ਦੇਖਿਆ ਜਾਵੇ ਤਾਂ ਘੱਟੋ ਘੱਟ ਇਹ ਹੈ ਕਿ ਜਿਹੜਾ ਟੂਰਿਜ਼ਮ ਦੀ ਗੱਲ ਜਿਵੇਂ ਆਪਾਂ ਪਹਿਲਾਂ ਮਾਈਕਲ ਹੋਰਾਂ ਨਾਲ ਕੀਤੀ ਹੈ, ਡਿਵੈਲਪ ਹੋ ਸਕਦਾ। ਹੋ ਸਕਦਾ ਬਹੁਤ ਵਧੀਆ ਹੋ ਸਕਦਾ ਜੀ, ਜੇਕਰ ਪਰ ਗਵਰਨਮੈਂਟ ਧਿਆਨ ਦੇਵੇ ਹੋ ਸਕਦਾ। ਜਿਵੇਂ ਕੋਈ ਬਹੁਤੀਆਂ ਸਾਡੀਆਂ ਪਿੰਡਾਂ ਦੇ ਵਿੱਚ ਥਾਵਾਂ ਹੁੰਦੀਆਂ ਨੇ, ਉੱਥੇ ਲੋਕੀ ਜਾਂਦੇ ਆ, ਕਦੇ ਦੀਵਾ ਧਰਨ ਜਾਂਦੇ ਆ ਦੀਵਾਲੀ ਦੇ ਉੱਤੇ ਜਾਂ ਕੁਝ ਹੋਰ ਹੁੰਦਾ ਹੈ। ਇੱਥੇ ਵੀ ਕੋਈ ਇਸ ਤਰੀਕੇ ਨਾਲ ਪਿੰਡ ਵਾਲੇ ਆਉਂਦੇ ਆ ਜਾਂ ਕੋਈ ਕਿਸੇ ਖਾਸ ਮਕਸਦ ਜਾਂ ਖਾਸ ਦਿਨ ਨੂੰ ਆਉਂਦੇ ਹੋ? ਨਾ ਜੀ, ਇੱਥੇ ਕੋਈ ਇਦਾਂ ਹੀ ਕੋਈ ਜਿਹਨੂੰ ਸ਼ੌਂਕ ਹੋਵੇ ਥੋੜਾ ਜਿਹਾ ਪੁਰਾਣੀਆਂ ਬਿਲਡਿੰਗਾਂ ਵੇਖਣ ਦਾ, ਥੋੜਾ ਬਹੁਤਾ ਇੰਟਰਸਟ, ਉਹੀ ਕੋਈ ਆਉਂਦਾ ਜਾਂਦਾ। ਬਾਕੀ ਦੀਵੇ ਇਹੋ ਜਿਹੀ ਗੱਲ ਕੋਈ ਨਹੀਂ ਇੱਥੇ। ਵੈਸੇ ਦੇਖੋ ਹੁਣ ਕਿੱਡੀ ਵੱਡੀ ਵਿਰਾਸਤ ਹੈ ਸਾਡੀ, ਤੇ ਅਸੀਂ ਅਣਗੌਲਿਆ ਕਰੀ ਬੈਠੇ ਹਾਂ ਕੁੱਛੜ 'ਚ ਬੈਠੇ। ਹਾਂਜੀ ਹਾਂਜੀ, ਇਹ ਤਾਂ ਬਹੁਤ ਮਾੜੀ ਗੱਲ ਹੈ ਜੀ। ਇਹ ਤਾਂ ਤੁਹਾਡੇ ਸਾਹਮਣੇ ਹੁਣ ਢੱਟ ਚੱਲੀ ਆ, ਜੇਕਰ ਤੇ ਇਹਦਾ ਖਿਆਲ ਹੋ ਜੇ ਤੇ ਫਿਰ ਤੇ ਬਣ ਸਕਦਾ, ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਬਿਲਕੁਲ ਉਹਦਾ। ਮਾਸਟਰ ਜੀ, ਜੋ ਛੋਟੇ ਹੁੰਦੇ ਸੀ ਤੁਸੀਂ ਦੱਸਿਆ ਕਿ ਉਦੋਂ ਤੁਸੀਂ ਸੁਣਦੇ ਹੁੰਦੇ ਸੀ ਕੋਈ ਮਿਸਲ ਭੰਗੀਆਂ ਹੁੰਦੀ ਸੀ, ਉਹਦੇ ਕੋਈ ਅਹਿਲਕਾਰ ਜਿਹੜੇ ਵੀ ਹੋਣਗੇ ਇੱਥੇ ਆ ਕੇ ਠਹਿਰਦੇ ਰਹੇ ਆ, ਪਰ ਜਦੋਂ ਤੁਸੀਂ ਵੱਡੇ ਹੋਏ ਕਦੇ ਇਸ ਬਾਬਤ ਪੜ੍ਹਿਆ ਸੁਣਿਆ ਜਾਂ ਕੋਈ ਹੋਰ ਚਰਚਾ ਚੱਲੀ ਹੋਵੇ ਕਿਤੇ ਹੋਰ? ਨਹੀਂ, ਅਸੀਂ ਪਿੰਡ ਵਾਲੇ ਕਰਦੇ ਰਹੇ ਹਾਂ। ਤੁਹਾਨੂੰ ਦੱਸਿਆ ਸੀ ਨਾ, ਉਹ ਜਿਹੜੇ ਅਮਰਿੰਦਰ ਸਿੰਘ ਦੇ PA ਸੀ ਆਪਣੇ, ਸਾਡੇ ਪਿੰਡ ਦੇ ਨੇ ਇੱਥੋਂ, ਉਹ ਵੀ ਆਏ ਸੀ, ਉਹਨਾਂ ਕੋਲ ਸਵਾਲ ਉਠਾਇਆ ਸੀ। ਹੁਣ ਸਰਕਾਰੀਆ ਸਾਹਿਬ ਸਾਡੇ ਨੇ ਮਿਨਿਸਟਰ, ਉਹ ਵੀ ਪਿੰਡ ਆਏ, ਉਹਨਾਂ ਕੋਲ ਸਵਾਲ ਉਠਾਇਆ ਸੀ। ਮਤਲਬ ਕਿ ਇਹਨੇ ਕੋਈ ਏਡਾ ਇੰਟਰਸਟ ਨਹੀਂ ਲਿਆ ਇਹਦੇ ਵਾਸਤੇ। ਜੇ ਯਤਨ ਹੋ ਜਾਣ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਤਾਂ ਇੱਥੋਂ ਦਾ ਮਾਹੌਲ ਆ ਜਿਹੜਾ ਉਹ ਬਦਲ ਸਕਦਾ ਹੈ। ਕਿਤੇ ਨਾ ਕਿਤੇ ਰੁਜ਼ਗਾਰ ਦੇ ਮੌਕੇ ਵੀ ਕੁਝ ਲੋਕਾਂ ਵਾਸਤੇ ਖੁੱਲ੍ਹ ਸਕਦੇ ਆ। ਵੱਡੀ ਗੱਲ ਇਹ ਹੈ ਕਿ ਸਾਡੀ ਵਿਰਾਸਤ, ਜੇ ਸਾਡੇ ਜਵਾਕਾਂ ਨੂੰ ਪਤਾ ਲੱਗੂ, ਜੰਮਦੇ ਬੱਚੇ ਨੂੰ ਪਤਾ ਲੱਗੂ ਕਿ ਉੱਥੇ ਕੁਝ ਹੈਗਾ, ਤਾਂ ਸ਼ਾਇਦ ਮੇਰੇ ਖਿਆਲ 'ਚ ਇੱਕ ਜਵਾਨੀ ਹੋਰ ਪਾਸੇ ਵੀ ਜਾ ਸਕਦੀ ਆ। ਹਾਂਜੀ ਹਾਂਜੀ, ਪਿਕਨਿਕ ਸਪੌਟ ਵੀ ਬਣ ਸਕਦਾ। ਤੁਸੀਂ ਵੇਖੀ ਬਿਲਡਿੰਗ ਬਹੁਤ ਵਧੀਆ ਵਾ, ਇੱਥੇ ਆ ਬੰਦੇ ਆ ਸਕਦੇ ਫਿਰਨ ਤੁਰਨ ਇੱਧਰ। ਬਾਕੀ ਕੋਰੀਡੋਰ ਖੁੱਲ੍ਹਾ ਜਿਹੜਾ ਕਰਤਾਰਪੁਰ ਦਾ, ਥੋੜ੍ਹਾ ਬਹੁਤ ਬਿਲਕੁਲ ਨਾਲ ਹੀ ਪੈਂਦਾ, ਉੱਥੋਂ ਕਿਲੋ 2 ਮੀਟਰ ਪੈਂਦਾ। ਇੱਧਰ ਨੂੰ ਵੀ ਹੋ ਸਕਦੇ ਜਿਨ੍ਹਾਂ ਵੇਖਣਾ, ਇਹ ਸ਼ੌਂਕ ਹੋਵੇ ਜਿਨ੍ਹਾਂ ਨੂੰ ਪੁਰਾਣੀਆਂ ਚੀਜ਼ਾਂ ਵੇਖਣ ਦਾ, ਤੇ ਇਹ ਬਹੁਤ ਵਧੀਆ ਚੀਜ਼ ਆ, ਬਣ ਸਕਦਾ ਸਭ ਕੁਝ ਇੱਥੇ। ਤੁਸੀਂ ਹਵਾ ਦੀ ਗੱਲ ਕਰਦੇ ਸੀ, ਦੇਖੋ ਕਿੰਨੀ ਵਧੀਆ ਆ ਰਹੀ ਹੈ। ਮੈਂ ਤੁਹਾਨੂੰ ਦੱਸ ਬਹੁਤ ਵਧੀਆ ਜੀ। ਇਹ ਤੇ 12 ਤਰੀਕ ਦਾ ਨਾਂ ਹੀ ਇਸੇ ਕਰਕੇ ਪਿਆ ਜੀ, ਇਹਦੇ 12 ਦਰ ਨੇ, ਗਿਣ ਲਓ ਆਪਣਾ, ਤੇ ਹਵਾ ਤੇ ਆਉਣੀ ਹੋਣੀ ਇੱਥੇ ਜੀ, ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਇੱਥੇ। ਇਸੇ ਕਰਕੇ ਤੇ ਇਹਨਾਂ ਬਣਾਈ ਸੀ, ਮਕਸਦ ਹੀ ਉਹਨਾਂ ਦਾ ਬਣਾਉਂਦਾ ਹੋਈ ਵੀ ਆਪਣਾ ਠਹਿਰਾਅ ਕਰਨਾ ਇੱਥੇ। ਜਦੋਂ ਦੂਰ ਦਾਰ ਜਾਂਦੇ ਸੀ ਕਿਤੇ ਆਪਣੇ, ਜਾਂ ਕਿਤੇ ਹਮਲਾ ਕਰਨਾ ਜਾਂ ਕੁਛ ਕਰਨਾ, ਤੇ ਇੱਥੇ ਆਣ ਕੇ ਠਹਿਰਦੇ ਹੁੰਦੇ। ਆਰਾਮਗਾਹ ਵੀ ਹੋ ਸਕਦੀ ਹੈ ਕਿ ਲੜਾਈਆਂ ਤੋਂ ਵਿਹਲੇ ਹੋ ਗਿਆ ਤਾਂ ਕਿਤੇ ਇਹ ਦੂਰ ਵੀ ਹੋ ਸਕਦੇ, ਰਹਿ ਸਕਦੇ ਆ ਜੀ। ਕੋਈ ਆਪਣੇ ਇਹਨਾਂ ਦੇ ਪ੍ਰੋਗਰਾਮ ਵੀ ਚੱਲਦੇ ਹੀ ਹੋਣਗੇ ਭੰਗੀ, ਜੇ ਕੋਈ ਰਾਜੇ ਹੁੰਦੇ ਸੀਗੇ ਤੇ ਕਿਤੇ ਜਾਣਾ ਆਉਣਾ ਵੀ ਪੈਂਦਾ ਸੀ ਉਹਨਾਂ ਨੂੰ, ਤੇ ਠਹਿਰ ਜਾਂਦੇ ਸੀ ਇੱਥੇ ਆਣ ਕੇ। ਠੀਕ ਆ, ਵਧੀਆ ਬਹੁਤ। ਜੇਕਰ ਤੇ ਤੁਸੀਂ ਕੋਸ਼ਿਸ਼ ਕਰੋ, ਕੋਈ ਆਪਣਾ ਮੀਡੀਆ ਦੇ ਤੌਰ ਤੇ ਜਾਂ ਕਿਸ ਤਰ੍ਹਾਂ ਦੇ ਬਣ ਤੇ ਸਕਦਾ ਆਪਣਾ, ਏਡੀ ਗੱਲ ਕੋਈ ਵੀ ਨਹੀਂ। ਆਰਕੋਲੋਜੀ ਡਿਪਾਰਟਮੈਂਟ ਵੀ ਹੈਗਾ ਵਾ ਪੰਜਾਬ ਦੇ ਕੋਲ, ਤੇ ਉਹਨਾਂ ਕੋਲ ਪੈਸੇ ਵੀ ਹੁੰਦੇ ਆ, ਜੇ ਲਾਉਣਾ ਚਾਹੁਣ ਤੇ ਏਡੀ ਵੱਡੀ ਗੱਲ ਵੀ ਕੋਈ ਨਹੀਂ ਗੀ ਵੈਸੇ। ਹਾਂਜੀ, ਬਹੁਤ ਧੰਨਵਾਦ ਜੀ। ਠੀਕ ਹੈ, ਥੈਂਕ ਯੂ ਜੀ।